अस्सलाम वालेकुम, सत श्री अकाल और आदाब। दोस्तों, जद्दा ਦੇ ਵਿੱਚ OIC ਦਾ ਇਜਲਾਸ ਹੋਇਆ ਹੈ। ਉਹ ਇਜਲਾਸ ਦਾ ਮਕਸਦ ਸੀ ਕਿ ਈਰਾਨ ਦੇ ਉੱਤੇ ਜਿਹੜਾ ਇਸਰਾਈਲ ਨੇ ਹਮਲਾ ਕੀਤਾ ਔਰ ਉਸ ਹਮਲੇ ਦੇ ਅੰਦਰ ਜਿਹੜੇ ਹਮਾਸ ਦੇ ਪੋਲੀਟੀਕਲ ਬਿਊਰੋ ਦੇ ਹੈੱਡ ਸਨ ਇਸਮਾਈਲ ਹਨੀਆ, ਉਹਨਾਂ ਦੀ ਸ਼ਹਾਦਤ ਹੋਈ। ਅਤੇ ਇਸ ਸ਼ਹਾਦਤ ਤੋਂ ਬਾਅਦ ਖਿੱਤੇ ਦੇ ਵਿੱਚ ਇੱਕ ਜੰਗ ਵਧਣ ਦੇ ਇਮਕਾਨਾਤ ਪੈਦਾ ਹੋ ਗਏ। ਜ਼ਾਹਿਰ ਹੈ ਖਿੱਤੇ ਦੇ ਵਿੱਚ ਅਗਰ ਜੰਗ ਵੱਧਦੀ ਤਾਂ ਇਰਦ ਗਿਰਦ ਤਾਂ ਸਾਰੇ ਮੁਸਲਿਮ ਸਟੇਟਸ ਹੈਗੀਆਂ ਨੇ, ਅਤੇ ਉਹ ਜੰਗ ਜਿਹੜੀ ਹੈ ਹਰ ਸੂਰਤ ਦੇ ਵਿੱਚ ਮੁਸਲਿਮ ਦੁਨੀਆ ਨੂੰ ਨੁਕਸਾਨ ਪਹੁੰਚਾ ਸਕਦੀ। ਇਹ ਅਹਿਸਾਸ ਕਰਦੇ ਹੋਏ ਈਰਾਨ ਨੇ ਇਜਲਾਸ ਤਲਬ ਕੀਤਾ OIC ਦਾ, ਇਸਲਾਮਿਕ ਮਮਾਲਿਕ ਦੀ ਜਿਹੜੀ ਤਨਜ਼ੀਮ ਹੈਗੀ। 57 ਸਟੇਟਸ ਨੇ ਮੁਸਲਿਮ ਪੂਰੀ ਦੁਨੀਆ ਦੇ ਵਿੱਚ, ਉਹਨਾਂ ਦੇ ਸਰਬਰਾਹ ਜਾਂ ਨੁਮਾਇੰਦੇ ਜਿਹੜੇ ਨੇ ਉਹ ਜੱਦਾ ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਸ਼ਰੀਕ ਹੋਏ। ਔਰ ਗੈਂਬੀਆ ਜਿਹੜਾ ਹੈ ਉਹ ਇਸ ਟਾਈਮ ਸਿਟਿੰਗ ਚੇਅਰਮੈਨ ਹੈ ਇਹ ਇਸਲਾਮਿਕ ਆਰਗੇਨਾਈਜੇਸ਼ਨ ਦਾ। ਉਹਦਾ ਇਹ ਕਹਿਣਾ ਸੀ ਕਿ ਇਸਰਾਈਲ ਜਿਹੜਾ ਹੈ ਉਹਨੇ ਖਿੱਤੇ ਦੇ ਵਿੱਚ ਔਰ ਦੁਨੀਆ ਦੇ ਵਿੱਚ ਜਿਹੜਾ ਬਦਅਮਨੀ ਪੈਦਾ ਕਰਨ ਦੇ ਵਿੱਚ ਇੱਕ ਬੁਨਿਆਦੀ ਕਿਰਦਾਰ ਅਦਾ ਕੀਤਾ ਔਰ ਇਸ ਕਿਰਦਾਰ ਨੂੰ ਰੋਕਿਆ ਜਾਣਾ ਚਾਹੀਦਾ। ਗੈਂਬੀਆ ਨੇ ਇਹ ਕਿਹਾ। ਸਭ ਨਾਲੋਂ ਜ਼ਿਆਦਾ ਲੋਕਾਂ ਨੂੰ ਜਿਹੜੀ ਤੋਕੋ ਸੀ ਕਿ ਈਰਾਨ ਦੇ ਹਵਾਲੇ ਨਾਲ ਸਾਊਦੀ ਅਰਬ ਜਿਹੜਾ ਮੁਸਲਿਮ ਦੁਨੀਆ ਦਾ ਸਭ ਨਾਲੋਂ ਬਾਅਸਰ ਔਰ ਵੱਡਾ ਮੁਲਕ ਜਿਹੜਾ ਸ਼ੁਮਾਰ ਹੁੰਦਾ ਹੋਵੇ, ਉਹਦਾ ਰੱਦੇ ਅਮਲ ਕੀ ਹੁੰਦਾ ਹੈ। ਅਤੇ ਸਾਊਦੀ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਉੱਥੇ ਕਿਹਾ ਕਿ ਇਸਰਾਈਲ ਦਾ ਜਿਹੜਾ ਹਮਲਾ ਹੈ ਉਹ ਜਾਰਹੀਅਤ ਹੈ ਔਰ ਈਰਾਨ ਦੇ ਖਿਲਾਫ ਉਹਦੀ ਜਿਹੜੀ ਖੁਦ ਮੁਖਤਾਰੀ ਹੈ ਇਹ ਉਹਦੀ ਪਾਮਾਲੀ ਹੈ। ਇਹ ਇੱਕ ਬੜਾ ਵਾਜ਼ਿਹ ਮੌਕਫ ਸਾਊਦੀ ਅਰਬ ਦਾ ਹੈ ਔਰ ਹੈਰਤ ਵੀ ਹੋਈ ਲੋਕਾਂ ਨੂੰ ਥੋੜ੍ਹੀ ਜਿਹੀ ਕਿ ਸਾਊਦੀ ਅਰਬ ਨੇ ਅਗਰ ਮਗਰ ਦੀ ਕੋਈ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਪਾਕਿਸਤਾਨ ਦੇ ਨਾਇਬ ਵਜ਼ੀਰ ਆਜ਼ਮ ਇਸਾਕ ਡਾਰ ਉੱਥੇ ਸ਼ਰੀਕ ਨੇ, ਉਹਨਾਂ ਨੇ ਵੀ ਬੜੀ ਵਾਜ਼ਿਹ ਮੌਕਫ ਇਖਤਿਆਰ ਕੀਤਾ ਪਾਕਿਸਤਾਨ ਵੱਲੋਂ ਇਸਰਾਈਲ ਦੇ ਖਿਲਾਫ ਈਰਾਨ ਦੀ ਹਮਾਇਤ ਦਾ। ਕੁਝ ਲੋਕਾਂ ਨੇ ਉਹਦੀ ਤਸ਼ਰੀਹ ਇਸ ਤਰ੍ਹਾਂ ਵੀ ਕੀਤੀ ਹੈ ਕਿ ਪਾਕਿਸਤਾਨ ਨੇ ਇਸਰਾਈਲ ਦੇ ਖਿਲਾਫ ਈਰਾਨ ਨੂੰ ਅਸਲਹਾ ਸਪਲਾਈ ਕਰਨ ਦਾ ਵੀ ਹਾਮੀ ਭਰੀ ਕਿ ਅਗਰ ਜੰਗ ਹੁੰਦੀ ਔਰ ਈਰਾਨ ਨੂੰ ਅਸਲੇ ਦੀ ਜ਼ਰੂਰਤ ਪੈਂਦੀ ਤਾਂ ਪਾਕਿਸਤਾਨ ਇਹ ਜ਼ਰੂਰਤ ਪੂਰੀ ਕਰ ਸਕਦਾ। ਇਹ ਗੱਲ ਉਹਦੇ ਵਿੱਚ ਹੋਈ। ਲੇਕਿਨ ਇਹ ਕਮਿਟਮੈਂਟ ਜਿਹੜੀ OIC ਦੇ ਪਲੇਟਫਾਰਮ ਦੇ ਉੱਤੇ ਹੋ ਰਹੀਆਂ ਨੇ ਇਹ ਕਿੰਨੀ ਕੁ ਮੌਸਰ ਹੋ ਸਕਦੀਆਂ ਨੇ, ਖ਼ਾਸ ਤੌਰ 'ਤੇ ਉਸ ਸੂਰਤ ਹਾਲ ਦੇ ਵਿੱਚ ਕਿ ਜਦੋਂ ਦੂਸਰੇ ਪਾਸੇ ਅਮਰੀਕਾ ਦਾ ਦਬਾਅ ਹੋਵੇ। ਅਮਰੀਕਾ ਦੇ ਨਾਲ ਜਿਹੜੇ ਮਗਰਬੀ ਮੁਲਕ ਨੇ ਉਹਦੀ ਗਰੁੱਪ ਦੇ ਉਹਦੀ ਦਫ ਦੇ ਜਿਨ੍ਹਾਂ ਨੇ ਪੂਰੇ ਆਲਮੀ ਨਿਜ਼ਾਮ ਦੇ ਉੱਤੇ ਆਪਣਾ ਇੱਕ ਗਲਬਾ ਰੱਖਿਆ ਹੈ, ਤਸੱਲਤ ਕਾਇਮ ਕੀਤਾ ਹੋਇਆ, ਉਹ ਅਗਰ ਦਬਾਅ ਜਵਾਬੀ ਪਾਉਂਦੇ ਨੇ, ਸਾਊਦੀ ਅਰਬ 'ਤੇ ਪਾਉਂਦੇ ਨੇ, ਪਾਕਿਸਤਾਨ 'ਤੇ ਪਾਉਂਦੇ ਨੇ, ਤੁਰਕੀ 'ਤੇ ਪਾਉਂਦੇ ਨੇ ਜਾਂ ਬਾਕੀ ਮੁਲਕਾਂ ਦੇ ਉੱਤੇ, ਇਸਲਾਮਿਕ ਰਿਆਸਤਾਂ ਦੇ ਉੱਤੇ, ਅਤੇ ਫਿਰ ਕੀ ਸ਼ਕਲ ਹੋਵੇਗੀ ਮਦਦ ਦੀ, ਕਿਸ ਹੱਦ ਤੱਕ ਜਾ ਕੇ ਉਹ ਮਦਦ ਕੀਤੀ ਜਾ ਸਕੇਗੀ। ਇਹ ਵਾਲੇ ਜਿਹੜੇ ਇਮਕਾਨਾਤ ਨੇ ਇਹਦੇ ਉੱਤੇ ਗੌਰ ਕੀਤਾ ਜਾ ਰਿਹਾ ਹੈ ਔਰ ਕੈਲਕੂਲੇਸ਼ਨਸ ਮੇਰੇ ਖਿਆਲ ਜਦੋਂ ਹੋ ਜਾਣਗੀਆਂ ਅਗਲੇ ਚੰਦ ਦਿਨਾਂ ਦੇ ਅਤੇ ਫਿਰ ਹੀ ਈਰਾਨ ਕੋਈ ਇਹਦੀ ਜਵਾਬੀ ਕਾਰਵਾਈ ਜਿਹੜੀ ਹੈ ਇਸਰਾਈਲ ਦੇ ਖਿਲਾਫ ਉਹ ਕਰਨਾ ਚਾਹੇਗਾ। ਅੱਛਾ, ਇਹਦੇ ਵਿੱਚ ਜਦੀਦ ਦੁਨੀਆ ਦੇ ਵਿੱਚ ਇੱਕ ਮਾਡਲ ਜਿਹੜਾ ਹੈ ਉਹ ਚੀਨ ਨੇ ਦਿੱਤਾ ਵੇ। ਚੀਨ ਔਰ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਜਿਹੜੇ ਰਿਲੇਸ਼ਨਸ ਨੇ ਉੱਥੇ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਸਾਰਾ ਕੁਝ। ਫਿਰ ਚੀਨ ਦਾ ਬਾਕੀ ਵੀ ਵੀਅਤਨਾਮ ਦੇ ਹਵਾਲੇ ਨਾਲ ਵੀ ਇੱਕ ਹੈਗਾ, ਹਾਂਗਕਾਂਗ ਦੇ ਹਵਾਲੇ ਨਾਲ, ਉਹ ਸਿੰਗਾਪੁਰ ਦੇ ਹਵਾਲੇ ਨਾਲ ਰਿਹਾ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਫਿਰ ਜਿਹੜਾ ਸਾਊਥ ਚਾਈਨਾ ਸੀ ਉਹਦੇ ਹਵਾਲੇ ਨਾਲ ਉਹਦਾ ਇੱਕ ਸਟਾਂਸ ਹੈਗਾ। ਇਹ ਸਾਰੇ ਝਗੜਿਆਂ ਦੇ ਬਾਵਜੂਦ ਚੀਨ ਨੇ ਆਪਣੇ ਆਪ ਨੂੰ ਕਿਸੇ ਮੁਸੱਲਹ ਤਸਾਦਮ ਦਾ ਹਿੱਸਾ ਨਹੀਂ ਬਣਾਇਆ ਔਰ ਬੜੇ ਇੱਕ ਜ਼ਬਰਦਸਤ ਕਿਸਮ ਦੀ ਸਫਾਰਤਕਾਰੀ ਦੇ ਨਾਲ ਉਹਨੇ ਹਾਲੇ ਤੱਕ ਆਪਣੇ ਮਫਾਦਾਤ ਨੂੰ ਅੱਗੇ ਵਧਾਇਆ ਔਰ ਆਪਣੀ ਜਿਹੜੀ ਇਨਫਲੂਐਂਸ ਦੀ ਸਪੇਸ ਹੈ ਉਹਦੇ ਵਿੱਚ ਵੀ ਇਜ਼ਾਫਾ ਕੀਤਾ। ਚੀਨ ਹੁਣ ਮਸ਼ਰਕ ਵਸਤਾ ਮਿਡਲ ਈਸਟ ਦੀ ਜਿਹੜੀ ਸਪੇਸ ਹੈ ਉਹਦੇ ਵਿੱਚ ਸ਼ਾਮਲ ਹੋ ਗਿਆ ਔਰ ਉੱਥੇ ਇੱਕ ਵੱਡਾ ਸਟੇਕ ਹੋਲਡਰ ਉਹਨੇ ਕੁਝ ਅਰਸਾ ਪਹਿਲੇ ਫਲਸਤੀਨੀਆਂ ਨੂੰ 14 ਧੜੇ ਜਿਹੜੇ ਨੇ ਫਲਸਤੀਨੀਆਂ ਦੇ ਉਹਨਾਂ ਨੂੰ ਆਪਣੇ ਹਾਂ ਬੁਲਾਇਆ ਔਰ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਦਰਮਿਆਨ ਮੁਸ਼ਤਰਕਾ ਜਿਹੜੇ ਨਿਕਾਤ ਨੇ, ਕਾਮਨ ਜਿਹੜੇ ਗੋਲ ਹੈਗੇ ਨੇ ਉਹ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਚੀਨ ਨੇ। ਅਤੇ ਇਸੇ ਤਰ੍ਹਾਂ ਈਰਾਨ ਦੀ ਉਹਨੇ ਹਮਾਇਤ ਕੀਤੀ ਔਰ ਚੀਨ ਨੇ ਕਿਹਾ ਕਿ ਅਗਰ ਕੋਈ ਜੰਗ ਹੁੰਦੀ, ਕੋਈ ਮਸਲਾ ਹੁੰਦਾ ਅਤੇ ਈਰਾਨ ਨੂੰ ਚੀਨ ਦੀ ਭਰਪੂਰ ਸਪੋਰਟ ਹਾਸਿਲ ਹੋਏਗੀ। ਰੂਸ ਉਸ ਤੋਂ ਪਹਿਲੇ ਕਹਿ ਚੁੱਕਿਆ। ਅਤੇ ਇਸਲਾਮਿਕ ਸਟੇਟਸ ਦੀ ਜਿੱਥੇ ਤੱਕ ਜ਼ਿੰਮੇਦਾਰੀਆਂ ਆਈਆਂ ਕਿ ਉਹਦੇ ਵਿੱਚ ਵੱਡੇ ਮੁਲਕ ਜਿਹੜੇ ਨੇ
ਉਹ ਈਰਾਨੀ ਮੌਕਫ ਦੀ ਹਮਾਇਤ ਤਾਂ ਕਰਨ ਡਏ ਨੇ, ਲੇਕਿਨ ਹਾਲੇ ਤੱਕ ਇਹ ਤੈਅ ਕਰਨਾ ਬਾਕੀ ਹੈ ਕਿ ਜੰਗ ਦੀ ਸੂਰਤ 'ਚ ਜਾਂ ਮੁਸੱਲਹ ਤਸਾਦਮ ਦੀ ਸ਼ਕਲ ਦੇ ਵਿੱਚ ਇਸਰਾਈਲ ਦੇ ਖਿਲਾਫ ਇਹ ਮੁਲਕ ਕਿੰਨਾ ਕੁ ਸਪੋਰਟ ਈਰਾਨ ਨੂੰ ਕਰ ਸਕਦੇ ਨੇ। ਸ਼ਾਇਦ ਇਹੀ ਇੱਕ ਉਹ ਮਾਮਲਾ ਜਿਹਦਾ ਤਅਯਨ ਨਾ ਹੋਣ ਦੀ ਬਿਨਾਂ 'ਤੇ ਈਰਾਨ ਨੇ ਆਪਣੇ ਆਪ ਨੂੰ ਰੋਕਿਆ ਹੋਇਆ। ਅਤੇ ਇਹ ਵਾਲਾ ਮਾਮਲਾ ਜਿਹੜਾ ਹੈ ਇਹਦੇ ਵਿੱਚ ਇੱਕ ਅਮਰੀਕਾ ਦਾ ਤੁਸੀਂ ਅਗਰ ਵੇਖੋ ਸਟਾਂਸ ਸ਼ੁਰੂ ਦਿਨ ਤੋਂ ਕਿ ਉਹ ਇਹ ਤਾਂ ਕਹਿੰਦਾ ਹੈ ਕਿ ਕਸ਼ੀਦਗੀ ਪੈਦਾ ਨਾ ਕੀਤੀ ਜਾਵੇ, ਤਮਾਮ ਫਰੀਕ ਜਿਹੜੇ ਨੇ ਉਹ ਕਸ਼ੀਦਗੀ ਤੋਂ ਬਾਜ਼ ਰਹਿਣ। ਇਹ ਫਲਸਤੀਨ ਦੇ ਮਾਮਲੇ 'ਚ ਵੀ ਇਹੋ ਕੁਛ ਕਹਿੰਦਾ ਰਿਹਾ, ਅਤੇ ਹੁਣ ਈਰਾਨ ਔਰ ਇਜ਼ਰਾਈਲ ਦਾ ਜਦੋਂ ਤਸਾਦਮ ਬਣਦਾ ਨਜ਼ਰ ਆਇਆ ਤਾਂ ਉੱਥੇ ਵੀ ਇਸ ਕਿਸਮ ਦਾ ਬਿਆਨੀਆ ਹੁੰਦਾ ਹੈਗਾ। ਜਦਕਿ ਲੋਕ ਉਹਦੇ ਬਿਆਨੀਏ ਦੇ ਵਿੱਚ ਇਹ ਗੱਲ ਲੱਭਣਾ ਚਾਹੁੰਦੇ ਨੇ ਕਿ ਉਹ ਜਾਰੇ ਦੇ ਨਾਲ ਹੈਗਾ ਵੇ ਜਾਂ ਮਜ਼ਲੂਮ ਦੇ ਨਾਲ ਹੈ। ਅੱਛਾ, ਇਹ ਇੱਥੇ ਆ ਕੇ ਅਗਰ ਉਹਦੀ ਅੱਗੇ ਜਾਇਜ਼ਾ ਲਿਆ ਜਾਂਦਾ, ਤਜਜ਼ੀਆ ਕੀਤਾ ਜਾਂਦਾ, ਅਤੇ ਅਮਰੀਕਾ ਦੀ ਸਟੇਟਮੈਂਟਸ ਔਰ ਉਹਦੇ ਜਿਹੜੇ ਐਕਸ਼ਨਸ ਨੇ UNO ਦੇ ਪਲੇਟਫਾਰਮ ਦੇ ਉੱਤੇ, ਉਹ ਸਾਰੇ ਜਾਰੇ ਔਰ ਇੱਕ ਜ਼ਾਲਮ ਦਾ ਰੋਲ ਅਦਾ ਕਰਨ ਵਾਲੇ ਇਸਰਾਈਲ ਦੇ ਨਾਲ ਨੇ। ਮਤਲਬ ਉਹ ਕਹਿੰਦਾ ਹੈ ਕਿ ਜਨਾਬ ਇੱਥੇ ਬਦਅਮਨੀ ਵਧਾਉਣ ਦੀ ਕੋਸ਼ਿਸ਼ ਨਾ ਖਿੱਤੇ ਦੇ ਵਿੱਚ ਕੀਤੀ ਜਾਏ, ਤਸਾਦਮ ਨੂੰ ਹਵਾ ਨਾ ਦਿੱਤੀ ਜਾਵੇ, ਲੇਕਿਨ ਜਿਹੜਾ ਫਰੀਕ ਤਸਾਦਮ ਵਧਾ ਰਿਹਾ ਹੈ ਇਜ਼ਰਾਈਲ, ਉਹਨੂੰ ਨਹੀਂ ਰੋਕ ਰਿਹਾ। ਔਰ ਉਹ ਪਹਿਲੇ ਫਲਸਤੀਨੀਆਂ 'ਤੇ ਜ਼ਿੰਮੇਦਾਰੀ ਅਮਰੀਕਾ ਆਇਦ ਕਰ ਰਿਹਾ ਸੀ, ਹੁਣ ਈਰਾਨ ਨੂੰ ਕਹਿ ਰਿਹਾ ਕਿ ਉਹ ਰੱਦ ਅਮਲ ਨਾ ਦੇਵੇ। ਔਰ ਈਰਾਨ ਦਾ ਮੁਮਕਿਨਾ ਰੱਦ ਅਮਲ ਰੋਕਣ ਵਾਸਤੇ ਅਮਰੀਕਾ ਨੇ ਉੱਥੇ ਆਪਣੇ ਦਸਤੇ ਵੀ ਘੱਲੇ ਨੇ, ਆਪਣੇ ਬਹਿਰੀ ਜਹਾਜ਼ ਬੇੜਾ ਵੀ ਘੱਲ ਦਿੱਤਾ। ਅਤੇ ਇਹਨਾਂ ਚੀਜ਼ਾਂ ਦੇ ਨਾਲ ਇਹ ਲੱਗਦਾ ਹੈ ਕਿ ਜਿਵੇਂ ਦੁਨੀਆ ਦੇ ਵਿੱਚ ਕੋਈ ਇਨਸਾਫ ਦਾ ਨਿਜ਼ਾਮ ਜਾਂ ਐਸਾ ਕੋਈ ਮਜ਼ਬੂਤ ਸਤੂਨ ਹੁਣ ਬਾਕੀ ਨਹੀਂ ਹੈਗਾ ਕਿ ਜਿਹਦੇ ਉੱਤੇ ਇਨਹਿਸਾਰ ਕਰਕੇ ਡਿਪੈਂਡ ਕਰਕੇ ਦੁਨੀਆ ਅਮਨ ਵੱਲ ਵੱਧ ਸਕੇ। ਮਤਲਬ ਜਿਹੜੀਆਂ ਵੱਡੀਆਂ ਤਾਕਤਾਂ ਜਿਹੜੀਆਂ ਦੁਨੀਆ ਦੇ ਵਿੱਚ ਅਮਨ ਦੀਆਂ ਜ਼ਾਮਨ ਸਨ, ਜਿਨ੍ਹਾਂ ਨੇ ਕੌਮ ਮੁਤਹਦਾ ਬਣਾਈ ਇਸੇ ਵਾਸਤੇ ਹੀ ਕਿ ਉਹ ਉੱਥੇ ਉਹਦੇ ਜ਼ਰੀਏ ਜੰਗਾਂ ਰੋਕਣ, ਲੇਕਿਨ ਅਕਵਾਮ ਮੁਤਹਦਾ ਇੱਕ ਸੋਰਸ ਬਣ ਗਿਆ ਵੇ। ਅਸੀਂ ਵੇਖ ਰਹੇ ਹਾਂ ਪਿਛਲੇ ਕੁਝ ਅਰਸੇ ਤੋਂ ਉਹ ਸੋਰਸ ਬਣ ਚੁੱਕਿਆ ਹੈ ਕਿ ਮਜ਼ਲੂਮ ਕੌਮਾਂ ਦੇ ਖਿਲਾਫ ਕਾਰਵਾਈਆਂ ਹੋਣ ਔਰ ਜ਼ਾਲਮ ਜਿਹੜਾ ਉਹ ਉੱਥੋਂ ਰਿਲੀਫ ਲੈਂਦਾ ਹੈ, ਅਤੇ ਮਜ਼ਲੂਮ ਜਿਹੜਾ ਉਹਨੂੰ ਕੋਈ ਉੱਥੇ ਰਿਲੀਫ ਨਹੀਂ ਮਿਲਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹਨੇ ਬੈਨ ਅਲ-ਅਕਵਾਮੀ ਨਿਜ਼ਾਮ ਦੇ ਉੱਤੇ ਵੀ ਸਵਾਲ ਪੈਦਾ ਕਰ ਦਿੱਤੇ ਨੇ, ਜਿਹੜਾ ਅਮਰੀਕਾ ਦੀ ਕਿਆਦਤ ਦੇ ਵਿੱਚ ਸਾਨੂੰ ਨਜ਼ਰ ਆਉਂਦਾ। ਅਤੇ ਹੁਣ ਜਦੋਂ ਇਸਰਾਈਲ ਨੂੰ ਈਰਾਨੀ ਖੁਦ ਮੁਖਤਾਰੀ ਪਾਮਾਲ ਕਰਨ ਦਾ ਜ਼ਿੰਮੇਦਾਰ ਕਰਾਰ ਦਿੱਤਾ ਹੈ OIC ਨੇ, ਔਰ ਇਹ ਤੈਅ ਕਰ ਦਿੱਤਾ ਹੈ ਕਿ ਉਹ ਜਾ ਰਹੇ ਵੇ ਉਹ ਜ਼ਾਲਮ ਹੈਗਾ ਵੇ, ਅਤੇ ਫਿਰ ਮੇਰੇ ਖਿਆਲ 'ਚ ਕਿ OIC ਨੂੰ ਉਹ ਹਸਬੇ ਰਵਾਇਤ ਇੱਕ ਬੇਜ਼ਰਰ ਜਿਹੇ ਬਿਆਨ ਜਾਰੀ ਕਰਨ ਤੋਂ ਬਾਅਦ ਚੁੱਪ ਕਰਕੇ ਬਹਿਣ ਵਾਲਾ ਰਵੱਈਆ ਜਿਹੜਾ ਖ਼ਤਮ ਕਰਨਾ ਚਾਹੀਦਾ। ਇਹ ਕੋਈ ਪਲੈਨਿੰਗ ਤਾਂ ਕਰਨੀ ਹੋਣੀ ਚਾਹੀਦੀ ਨਾ, ਕਿ ਤਿਆਰੀ ਅਗਰ ਉਹ ਫੌਰੀ ਤੌਰ 'ਤੇ ਕੋਈ ਮੁਸੱਲ੍ਹਾ ਕਿਸਮ ਦੀ ਮਦਦ ਨਹੀਂ ਕਰ ਸਕਦਾ, ਅਸਲੇ ਦੇ ਨਾਲ ਮਦਦ ਨਹੀਂ ਦੇ ਸਕਦਾ, ਅਤੇ ਕਮ ਅਜ਼ ਕਮ ਕੋਈ ਪਲੈਨਿੰਗ ਐਸੀ ਹੋਵੇ ਕਿ ਮੁਸਤਕਬਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ। ਸਫਾਰਤੀ ਦਬਾਅ ਬੜਾ ਅਹਿਮ ਕਿਰਦਾਰ ਅਦਾ ਕਰ ਸਕਦੇ ਨੇ, ਤਜਾਰਤੀ ਦਬਾਅ ਬੜਾ ਅਹਿਮ ਹੁੰਦਾ ਵੇ। ਇਹਨਾਂ ਮੁਲਕਾਂ ਦੇ ਕੋਲ ਐਨਰਜੀ ਸੋਰਸਿਸ ਨੇ, ਉਹਨਾਂ ਦੀ ਸਪਲਾਈ ਦੇ ਮਾਮਲੇ 'ਚ ਤੁਸੀਂ ਬਹੁਤ ਕੁਝ ਕਰ ਸਕਦੇ ਜੇ। ਮੰਡੀਆਂ ਦੇ ਦਬਾਅ ਹੁੰਦੇ ਨੇ, ਅਤੇ ਫਿਰ ਜ਼ਾਹਿਰ ਹੈ ਹੁਕਮਰਾਨਾਂ ਦੇ ਆਪਸੀ ਤਾਲੁਕਾਤ ਵੀ ਹੁੰਦੇ ਨੇ, ਉਹ ਵੀ ਕਿਤੇ ਨਾ ਕਿਤੇ ਇਸਤੇਮਾਲ ਕੀਤੇ ਜਾ ਸਕਦੇ ਨੇ। ਲੇਕਿਨ ਅੱਜ ਤੱਕ ਅਸੀਂ ਇਹੀ ਵੇਖਿਆ ਕਿ ਇਸਲਾਮੀ ਮੁਲਕਾਂ ਦੇ ਜਿਹੜੇ ਸਰਬਰਾਹ ਨੇ, ਉਹਨਾਂ ਨੇ OIC ਦੇ ਪਲੇਟਫਾਰਮ ਤੋਂ ਜਿਹੜੀ ਗੱਲ ਉਹ ਕਰਦੇ ਨੇ ਇਨਫਰਾਦੀ ਸਤ੍ਹਾ ਦੇ ਉੱਤੇ, ਬਾਅਦ ਦੇ ਵਿੱਚ ਉਹਦੇ ਉੱਤੇ ਅਮਲ ਦਰਾਮਦ ਦੇ ਜਿਹੜੀ ਸ਼ਕਲ ਬਣਦੀ, ਇੱਕ ਦੂਸਰੇ ਨਾਲ ਉਹ ਵਾਲਾ ਤਾਵਨ ਨਹੀਂ ਕਰਦੇ। ਅਤੇ ਇਹ ਜਿੰਨੀ ਦੇਰ ਨਹੀਂ ਹੋਵੇਗਾ ਉਨੀ ਦੇਰ ਤੱਕ OIC ਜਿਹੜੀ ਉਹ ਇੱਕ ਗੈਰ ਫਾਲ ਜੀ ਗੈਰ ਮੌਸਰ ਤਨਜ਼ੀਮ ਰਹੇਗੀ, ਔਰ ਲੋਕ ਮਜ਼ਾਕ ਉਡਾਉਂਦੇ ਰਹਿਣਗੇ ਕਿ 57 ਮੁਲਕਾਂ ਦੀ ਤਨਜ਼ੀਮ ਹੈ ਅਤੇ ਉਹ ਕਿਸੇ ਇੱਕ ਦਾ ਵੀ ਤਹੱਫੁਜ਼ ਨਹੀਂ ਕਰ ਪਾਉਂਦੇ। ਅਤੇ ਜੀਂਦੇ ਰਹੋ, ਵਸਦੇ ਰਹੋ।